ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਦਾ ਸਾਡਾ ਟੌਪਿਕ ਹੈਗਾ ਪੈਪਟਿਕ ਅਲਸਰ। ਮੈਡੀਕਲ ਸਰਜੀਕਲ ਨਰਸਿੰਗ MS1 ਦਾ ਜਿਹੜਾ ਇਹ GNM ਸੈਕੰਡ ਈਅਰ MS1 ਸਬਜੈਕਟ ਦਾ ਇਹ ਟੌਪਿਕ ਹੈਗਾ। ਇਸ ਨੂੰ ਆਪਾਂ ਡਿਟੇਲ ਵਿੱਚ ਕਰਾਂਗੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਨਾਓ ਪੈਪਟਿਕ ਅਲਸਰ। Definition: peptic ulcer is a erosion in the mucosal wall of the stomach or the first part of the small intestine called duodenum caused by digestive action of pepsin and stomach acid। ਪੈਪਟਿਕ ਅਲਸਰ ਦੇ ਵਿੱਚ ਕੀ ਹੁੰਦਾ ਗਾ, ਇਰੋਜ਼ਨ ਹੋ ਜਾਂਦੇ ਆ ਜਿਹੜੀ ਸਟਮਕ ਦੀ ਮਿਊਕੋਜ਼ਲ ਵਾਲ ਹੁੰਦੀ ਆ, ਠੀਕ ਹੈ। ਅਤੇ ਸਮੋਲ ਇੰਟਸਟਾਈਨ ਦਾ ਜਿਹੜਾ ਫਸਟ ਪਾਰਟ ਹੁੰਦਾ ਜਿਹਨੂੰ ਆਪਾਂ ਡੂਡਨਮ ਕਹਿੰਦੇ ਆ, ਉਸ ਦੇ ਵਿੱਚ ਜਿਹੜੇ ਅਲਸਰ ਫਾਰਮੇਸ਼ਨ ਹੋ ਜਾਂਦੀ ਹੈ, ਇਹਨਾਂ ਨੂੰ ਕਿਹਾ ਜਾਂਦਾ ਪੈਪਟਿਕ ਅਲਸਰ। ਸੈਕਿੰਡ ਜਿਹੜੀ ਡੈਫੀਨੇਸ਼ਨ ਹੈਗੀ ਆ, ਇਟ ਇਜ਼ ਦਾ ਇਰੋਜ਼ਨ ਆਫ ਮਿਊਕੋਜ਼ਲ ਮੈਂਬਰੇਨ ਆਫ ਗੈਸਟਰੋ ਇੰਟਸਟਾਈਨਲ ਸਿਸਟਮ। ਇਰੋਸ਼ਨ ਹੁੰਦਾ ਜਿੱਦਾਂ ਕਿ ਆਪਣੇ ਜਰ ਲੱਗ ਜਾਂਦੀ ਆ ਹੈ ਨਾ ਲੋਹੇ ਦੀਆਂ ਚੀਜ਼ਾਂ ਨੂੰ, ਉੱਦਾਂ ਇੱਕ ਇਰੋਜ਼ਨ ਜੇ ਹੋ ਜਾਂਦੇ ਹੈਗੇ ਆ ਮਿਊਕੋਜ਼ਲ ਮੈਂਬਰੇਨ ਦੇ ਵਿੱਚ, ਜਿਹਨੂੰ ਆਪਾਂ ਪੈਪਟਿਕ ਅਲਸਰ ਕਹਿੰਦੇ ਆ। ਇਹਦੇ ਵਿੱਚ ਕਿਹੜੇ ਕਿਹੜੇ ਪਾਰਟਸ ਇਨਵੋਲਵ ਹੁੰਦੇ ਆ? ਈਸੋਫੇਗਸ, ਸਟਮਕ ਐਂਡ ਫਸਟ ਪਾਰਟ ਆਫ ਦਾ ਡੂਡਨਮ, ਠੀਕ ਹੈ। ਇਹ ਸੀਗੀ ਸਾਡੀ ਡੈਫੀਨੇਸ਼ਨ। ਡਾਇਗਰਾਮ ਦੇ ਵਿੱਚ ਤੁਸੀਂ ਦੇਖ ਸਕਦੇ ਆ ਈਸੋਫੇਗਸ ਦੇ ਵਿੱਚ ਈਸੋਫੇਜ਼ੀਅਲ ਅਲਸਰ ਹੋ ਗਏ, ਠੀਕ ਹੈ। ਜਿਹੜੀ ਇਰੋਜ਼ਨ ਕੀ ਹੁੰਦੇ ਆ, ਇਸ ਟਾਈਪ ਦੇ ਜਿਹੜੇ ਇਰੋਜ਼ਨਸ ਹੋ ਜਾਂਦੇ ਆ, ਇਹਨੂੰ ਕਹਿੰਦੇ ਹੈਗੇ ਈਸੋਫੇਜ਼ੀਅਲ ਅਲਸਰ। ਨੈਕਸਟ ਸਟਮਕ ਦੇ ਵਿੱਚ ਅਲਸਰ ਹੈਗੇ ਆ ਹੋ ਗਏ ਗੈਸਟ੍ਰਿਕ ਅਲਸਰ, ਅਤੇ ਨੈਕਸਟ ਵਨ ਇਜ਼ ਅ ਡੂਡਨਲ ਅਲਸਰ, ਠੀਕ ਹੈ। Next one is a classification of peptic ulcer. The classification of peptic ulcer divided into two main types according to degree and according to location, ठीक है। 2 टाइप ਦਾ ਜਿਹੜਾ ਅਲਸਰ ਹੁੰਦੇ ਆ, ਪੈਪਟਿਕ ਅਲਸਰ ਹੁੰਦੇ ਆ, ਡਿਗਰੀ ਦੇ ਅਕੋਰਡਿੰਗ ਤੇ ਲੋਕੇਸ਼ਨ ਦੇ ਅਕੋਰਡਿੰਗ। ਨਾਓ ਇਹਨਾਂ ਨੂੰ ਡਿਟੇਲ ਵਿੱਚ ਕਰਦੇ ਆ। ਅਕੋਰਡਿੰਗ ਟੂ ਡਿਗਰੀ ਕਿਹੜੇ ਕਿਹੜੇ ਹੁੰਦੇ ਆ? ਅਕਿਊਟ ਅਲਸਰ ਅਤੇ ਕਰੋਨਿਕ ਅਲਸਰ। ਅਕਿਊਟ ਅਲਸਰ ਆਜ ਯੂਜ਼ਲੀ ਸੁਪਰਫਿਸ਼ੀਅਲ ਇਨਵੋਲਿੰਗ ਓਨਲੀ ਦਾ ਮਿਊਕੋਜ਼ਲ ਲੇਅਰ, ਦੇ ਹੈਡ ਵਿਦਇਨ ਪੀਰੀਅਡ ਆਫ ਸ਼ਾਰਟ ਡਿਊਰੇਸ਼ਨ, ਸਮ ਟਾਈਮ ਦੇ ਮੇ ਬਲੀਡ, ਠੀਕ ਹੈ। ਜਿਹੜੇ ਅਕਿਊਟ ਅਲਸਰ ਕਿਹੜੇ ਹੁੰਦੇ? ਜਿਹੜੇ ਥੋੜ੍ਹੇ ਟਾਈਮ ਲਈ ਰਹਿੰਦੇ ਹੈਗੇ ਆ, ਮਤਲਬ ਸ਼ਾਰਟ ਡਿਊਰੇਸ਼ਨ ਹੁੰਦਾ ਇਹ, ਥੋੜ੍ਹੇ ਟਾਈਮ ਵਿੱਚ ਠੀਕ ਹੋ ਜਾਂਦੇ ਆ, ਠੀਕ ਹੈ। Chronic ulcer, it is deep with sharp edge and involve both mucosa and submucosa layer। ਜਿਹੜੇ acute ulcer ਸੀਗੇ ਉਹ ਤਾਂ ਸਿਰਫ mucosa layer ਦੇ ਵਿੱਚ, superficial layer ਦੇ ਵਿੱਚ ਹੁੰਦੇ ਆ, ਪਰ ਜਿਹੜੇ chronic ulcer ਹੁੰਦੇ ਆ ਇਹ ਡੀਪ ਲੇਅਰ ਦੇ ਵਿੱਚ ਚਲ ਜਾਂਦੇ ਹੈਗੇ ਆ, ਸ਼ਾਰਪ ਐਜ ਹੋ ਜਾਂਦੇ ਆ ਇਹਨਾਂ ਦੇ, ਠੀਕ ਹੈ। ਮਿਊਕੋਜ਼ਾ ਅਤੇ ਸਬ ਮਿਊਕੋਜ਼ਾ ਦੋਨਾਂ ਲੇਅਰਸ ਦੇ ਵਿੱਚ ਇਹ ਹੋ ਜਾਂਦੇ ਆ। ਦਿਸ ਟਾਈਪ ਆਫ ਅਲਸਰ ਹੈਜ਼ ਲੌਂਗ ਡਿਊਰੇਸ਼ਨ ਐਂਡ ਪੈਨੀਟ੍ਰੇਟਸ the stomach, involve adjacent organs such as pancreas and also small intestine, ਠੀਕ ਹੈ। ਪੈਨੀਟ੍ਰੇਟ ਦਾ ਮਤਲਬ ਕੀ ਹੁੰਦਾ ਵੀ ਪੂਰੀ ਤਰ੍ਹਾਂ ਜ਼ਖਮ ਬਣ ਜਾਂਦੇ ਹੈਗੇ ਆ, ਠੀਕ ਹੈ। ਅਤੇ ਐਜੈਸੈਂਟਸ ਦਾ ਮਤਲਬ ਜਿਹੜੇ ਦੂਸਰੇ ਔਰਗਨਸ ਤੱਕ ਇਹ ਫੈਲ ਜਾਂਦਾ। ਪੈਪਟਿਕ ਅਲਸਰ ਜਿਹੜੇ ਉਹਨਾਂ ਦੇ ਨਾਲ ਲੱਗਦੇ ਹੋਰ ਔਰਗਨਸ ਹੁੰਦੇ ਆ ਹੈ ਨਾ, ਜਿੱਦਾਂ ਕਿ ਪੈਨਕ੍ਰੀਆਜ਼, ਸਮੋਲ ਇੰਟੈਸਟਾਈਨ, ਉੱਥੋਂ ਤੱਕ ਵੀ ਇਹ ਹੋ ਜਾਂਦਾ ਹੈਗਾ, ਠੀਕ ਹੈ। ਤਾਂ ਕੀ ਡਿਫਰੈਂਸ ਸੀਗਾ? ਡਿਗਰੀ ਦੇ ਅਕੋਰਡਿੰਗ ਅਕਿਊਟ ਅਲਸਰ ਸੀਗੇ ਅਤੇ ਕਰੋਨਿਕ ਅਲਸਰ ਸੀਗੇ। ਅਕਿਊਟ ਅਲਸਰ ਲੌਂਗ ਟਾਈਮ ਲਈ ਰਹਿੰਦੇ ਹੈਗੇ ਆ, ਅਕਿਊਟ ਅਲਸਰ ਜਿਹੜੇ ਹੁੰਦੇ ਆ ਸ਼ਾਰਟ ਟਾਈਮ ਲਈ ਰਹਿੰਦੇ ਹੈਗੇ ਆ, ਛੇਤੀ ਠੀਕ ਹੋ ਜਾਂਦੇ ਆ, ਸੁਪਰਫਿਸ਼ੀਅਲ ਲੇਅਰ ਦੇ ਵਿੱਚ ਇਹ ਹੁੰਦੇ ਆ, ਠੀਕ ਹੈ। ਕਦੇ ਕਦੇ ਇਹ ਬਲੀਡਿੰਗ ਕਰਦੇ ਆ, ਠੀਕ ਹੈ। ਜਿਹੜੇ ਕਰੋਨਿਕ ਅਲਸਰ ਹੁੰਦੇ ਆ ਇਹਦੇ ਵਿੱਚ ਜਿਹੜੇ ਮਿਊਕੋਜ਼ਾ ਅਤੇ ਸਬ ਮਿਊਕੋਜ਼ਾ ਲੇਅਰਸ ਦੋਨੇ ਇਨਵੋਲਵ ਹੋ ਜਾਂਦੀਆਂ ਹੈਗੀਆਂ, ਅਤੇ ਇਹ ਸਟਮਕ 'ਤੇ ਉਹਨੂੰ ਪੈਨੀਟ੍ਰੇਟ ਕਰਦੇ ਹੈਗੇ, ਮਤਲਬ ਇਹਦੇ ਵਿੱਚ ਅਲਸਰ ਫਾਰਮੇਸ਼ਨ ਪੂਰੀ ਤਰ੍ਹਾਂ ਹੋ ਜਾਂਦੀ ਆ, ਅਤੇ ਇਹ ਹੋਰ ਔਰਗਨਸ ਤੱਕ ਨੈਕਸਟ ਵੀ ਸਪਰੈਡ ਹੋਣ ਲੱਗ ਜਾਂਦੀ ਹੈਗੀ, ਠੀਕ ਹੈ। ਇਹ ਬਹੁਤ ਲੌਂਗ ਟਾਈਮ ਲੈਂਦੀ ਹੈਗੀ ਆ ਹੀਲ ਹੋਣ ਦੇ ਲਈ, ਸਟਮਕ ਨੂੰ ਇਹ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੀ ਆ, ਠੀਕ ਹੈ। ਨੈਕਸਟ ਹੈਗਾ ਅਕੋਰਡਿੰਗ ਟੂ ਲੋਕੇਸ਼ਨ। ਲੋਕੇਸ਼ਨ ਦੇ ਅਕੋਰਡਿੰਗ 2 ਟਾਈਪ ਦਾ ਹੁੰਦਾ ਹੈਗਾ ਪੈਪਟਿਕ ਅਲਸਰ, ਗੈਸਟ੍ਰਿਕ ਅਲਸਰ ਅਤੇ ਡਿਊਡਨਲ ਅਲਸਰ, ਠੀਕ ਹੈ। ਜਿੱਦਾਂ ਕਿ ਗੈਸਟ੍ਰਿਕ ਦੇ ਨਾਮ ਤੋਂ ਹੀ ਆਪਾਂ ਸਮਝਦੇ ਹੈਗੇ ਆ ਪੇਟ, ਸਟਮਕ, ਠੀਕ ਹੈ। ਇਨ ਦਿਸ ਲੈਜਨਸ ਆਰ ਸੁਪਰਫਿਸ਼ੀਅਲ ਐਂਡ ਫਾਊਂਡ ਇਨ ਦਾ ਬੋਡੀ ਐਂਡ ਫੰਡਸ, ਠੀਕ ਹੈ। ਗੈਸਟ੍ਰਿਕ ਅਲਸਰ ਕਿਹੜੇ ਹੁੰਦੇ ਆ? ਜਿਹੜੇ ਗੈਸਟ੍ਰਿਕ ਮਤਲਬ ਕਿ ਸਟਮਕ, ਜਿਹੜੇ ਸਟਮਕ ਦੀ ਬੋਡੀ ਦੇ ਵਿੱਚ ਅਤੇ ਫੰਡਸ ਪਾਰਟ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਕਿਹੜੇ ਕਿਹਾ ਜਾਂਦਾ? ਗੈਸਟ੍ਰਿਕ ਅਲਸਰ।
Second type ਹੈਗੀ ਆ duodenal ulcer. In these lesions are found in the end part of the stomach and first part of the duodenum about 2 cm called duodenal ulcer. Gastric ulcer ਤਾਂ ਸੀਗੇ ਜਿਹੜੇ ਸਿਰਫ ਫੰਡਸ ਤੇ ਬੋਡੀ ਪਾਰਟ ਦੇ ਵਿੱਚ ਹੀ ਹੁੰਦੇ ਸੀ। ਡਿਊਡਨਲ ਅਲਸਰ ਡਿਊਡਨਮ ਤੋਂ ਸਾਨੂੰ ਯਾਦ ਰਹੂਗਾ ਜਿਹੜੇ ਡਿਊਡਨਮ ਤੱਕ ਹੋ ਜਾਂਦੇ ਆ ਹੈ ਨਾ, ਫਸਟ ਪਾਰਟ ਆਫ ਦਾ ਡਿਊਡਨਮ ਤੇ ਐਂਡ ਪਾਰਟ ਆਫ ਦਾ ਸਟਮਕ ਦੇ ਵਿੱਚ ਜਿਹੜੇ ਹੁੰਦੇ ਉਹਨਾਂ ਨੂੰ ਕਿਹਾ ਜਾਂਦਾ ਡਿਊਡਨਲ ਅਲਸਰ। ਕਾਜ਼ਿਜ਼ ਇਹਦੇ ਕੀ ਹੈਗੇ ਆ, ਸਟ੍ਰੈਸ ਐਂਡ ਐਂਗਜ਼ਾਈਟੀ, ਸਾਈਡ ਇਫੈਕਟ ਆਫ ਨਸੇਡਸ, ਨੋਨ ਸਟੀਰੋਇਡ ਐਂਟੀ ਇਨਫਲਾਮੇਟਰੀ ਡਰੱਗਸ, ਠੀਕ ਹੈ, ਇਹਨਾਂ ਦਾ ਜਿਹੜਾ ਇਫੈਕਟ ਹੋ ਸਕਦਾ। ਨੈਕਸਟ ਹੈਗਾ ਐਚ ਪਾਈਲੋਰੀ ਇਨਫੈਕਸ਼ਨ, ਜਿਹੜਾ ਐਚ ਪਾਈਲੋਰੀ ਬੈਕਟੀਰੀਆ ਹੈਗਾ ਹੈ ਨਾ, ਹੈਲੀਕੋਬੈਕਟਰ ਪਾਈਲੋਰਿਕ ਬੈਕਟੀਰੀਆ, ਇਹ ਕੌਜ਼ ਕਰਦਾ ਹੈਗਾ, ਠੀਕ ਹੈ। ਰੈਗੂਲਰ ਯੂਜ਼ ਆਫ ਪੇਨ ਕਿਲਰਸ ਐਗਜ਼ਾਮਪਲ ਦਿੱਤੀ ਹੋਈ ਹੈ। ਨੈਕਸਟ ਹੈਗਾ ਹੈਰੀਡਿਟਰੀ ਫੈਕਟਰ, ਸਮੋਕਿੰਗ, ਅਲਕੋਹਲ ਕੰਜ਼ਪਸ਼ਨ, ਹਾਈਲੀ ਸਪਾਈਸੀ ਫੂਡ, ਐਸੀਡਿਟੀ, ਫੂਡ ਪੋਇਜ਼ਨਿੰਗ ਐਂਡ ਕੰਟੈਮੀਨੇਸ਼ਨ ਵਾਟਰ, ਠੀਕ ਹੈ। ਇਹ ਸੀਗੇ ਇਹਦੇ ਕੌਜ਼ਿਜ਼ ਪੈਪਟਿਕ ਅਲਸਰ ਦੇ। ਉਸ ਤੋਂ ਨੈਕਸਟ ਹੈਗਾ ਰਿਸਕ ਫੈਕਟਰਸ, ਕਿੰਨਾ ਨੂੰ ਪੈਪਟਿਕ ਅਲਸਰ ਹੋ ਸਕਦੀ ਹੈਗੀ ਆ। ਪ੍ਰੋਲੋਂਗਡ ਹਾਈ ਡੋਰ ਆਫ ਕੋਰਟੀਕੋਸਟੀਰੋਇਡਸ, ਠੀਕ ਹੈ, ਜਿਹੜੇ ਨਸ਼ੇ ਵਾਲੀਆਂ ਜਿਹੜੀਆਂ ਦਵਾਈਆਂ ਜ਼ਿਆਦਾ ਲੈਂਦੇ ਹੈਗੇ ਆ, ਓਵਰਡੋਜ਼ ਲੈਂਦੇ ਹੈਗੇ ਆ। ਫੈਮਿਲੀ ਹਿਸਟਰੀ ਹੋ ਸਕਦੀ ਆ। ਸਮੋਕਿੰਗ, ਸਿਗਰਟ, ਅਲਕੋਹਲਿਜ਼ਮ ਦਾ ਜਿਹੜੇ ਯੂਜ਼ ਕਰਦੇ ਹੈਗੇ ਆ। ਬਲੱਡ ਗਰੁੱਪ ਜਿਨ੍ਹਾਂ ਦਾ O ਹੁੰਦਾ ਉਹਨਾਂ ਨੂੰ ਜ਼ਿਆਦਾ ਚਾਂਸਿਸ ਹੁੰਦੇ ਆ ਪੈਪਟਿਕ ਅਲਸਰ ਹੋਣ ਦੇ। ਲੋ ਸੋਸ਼ੀਓ ਇਕਨੋਮਿਕ ਸਟੇਟਸ, ਲੋ ਸੋਸ਼ੀਓ ਇਕਨੋਮਿਕ ਸਟੇਟਸ ਬਹੁਤ ਇਫੈਕਟ ਕਰਦਾ ਹੈਗਾ, ਜਿਹਦੇ ਕਰਕੇ ਵਧੀਆ ਡਾਈਟ ਨਹੀਂ ਮਿਲੂਗੀ, ਠੀਕ ਹੈ। ਕੰਟੈਮੀਨੇਟਡ ਵਾਟਰ ਮਿਲੂਗਾ, ਡਾਈਟ ਨਹੀਂ ਵਧੀਆ ਹੋਊਗੀ, ਠੀਕ ਹੈ, ਉਸ ਦੇ ਕਰਕੇ ਪੈਪਟਿਕ ਅਲਸਰ ਹੋ ਸਕਦਾ ਹੈਗਾ, ਠੀਕ ਹੈ। ਨੈਕਸਟ ਜਿਹੜਾ ਡਿਫਰੈਂਟ ਬਿਟਵੀਨ ਗੈਸਟ੍ਰਿਕ ਐਂਡ ਡਿਊਡਨਲ ਅਲਸਰ, ਇਹਨਾਂ ਦੀ ਮੈਂ ਨੈਕਸਟ ਵੀਡੀਓ ਪ੍ਰੋਵਾਈਡ ਕਰੂੰਗੀ ਡਿਟੇਲ ਦੇ ਵਿੱਚ, ਜਿਹੜਾ ਆਪਾਂ ਹੈਗਾ ਇਹਨਾਂ ਦਾ ਡਿਫਰੈਂਸ ਕਰਾਂਗੇ। ਸਿਰਫ ਇਸ ਵੀਡੀਓ ਦੇ ਵਿੱਚ ਆਪਾਂ ਪੈਪਟਿਕ ਅਲਸਰ ਨੂੰ ਹੀ ਜਿਹੜਾ ਕੰਪਲੀਟ ਕਰਾਂਗੇ, ਠੀਕ ਹੈ। ਡਾਇਗਨੋਸਟਿਕ ਇਵੈਲੂਏਸ਼ਨ ਜਿੱਦਾਂ ਕਿ ਸਾਈਨਮ ਸਿੰਪਟਮ ਉੱਦਾਂ, ਤਾਂ ਜਿਹੜਾ ਇੱਕ ਗੈਸਟ੍ਰਿਕ ਅਲਸਰ ਅਤੇ ਡਿਊਡਨਲ ਅਲਸਰ ਦੀ ਮੈਂ ਇੱਕ ਅਲੱਗ ਤੋਂ ਵੀਡੀਓ ਪ੍ਰੋਵਾਈਡ ਕਰੂੰਗੀ। ਉਸ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਜ਼ਰੂਰ ਪ੍ਰੋਵਾਈਡ ਕਰੂੰਗੀ, ਚੈੱਕਆਊਟ ਕਰ ਲਿਓ। ਕਲੀਨਿਕਲ ਮੈਨੀਫੈਸਟੇਸ਼ਨ ਕੀ ਹੈਗੀ ਹੈ ਇਹਦੀ, ਗੈਸਟ੍ਰਿਕ ਅਲਸਰ ਕਾਜ਼ਿਜ਼ ਇਨਫਲਾਮੇਸ਼ਨ ਐਂਡ ਡੈਮੇਜ ਦਾ ਸਟਮਕ ਲਾਈਨ ਦੈਟ ਮੇ ਰਿਜ਼ਲਟ ਇਨ ਨੰਬਰ ਆਫ ਸਿੰਪਟਮਸ। The symptoms can vary in intensity among individuals. Patient may experience gastric ulcer symptoms daily or just one in a while. At times, any of these common symptoms can be severe, ठीक है। ਜਿਹੜੇ ਇਹ ਵਾਲੇ ਹੋ ਗਏ ਇਹਨਾਂ ਦੇ ਸਾਈਨਮ ਸਿੰਪਟਮ, abdominal bloating, abdominal burning, pain in the upper middle part of the abdominal, heartburn, bleaching, feeling of fullness, unable to drink as much fluid, loss of appetite, ਭੁੱਖ ਘੱਟ ਲੱਗਦੀ ਆ, nausea with or without vomiting, unexplained weight loss, ਠੀਕ ਹੈ। ਤਾਂ ਜਿਹੜੇ ਸੀਰੀਅਸ ਸਿੰਪਟਮਸ ਕੀ ਹੋਣਗੇ ਇਹਦੇ, ਉਹ ਤਾਂ ਸੀਗੇ ਕਾਮਨ ਸਿੰਪਟਮਸ, ਬਲੱਡੀ ਸਟੂਲ, ਠੀਕ ਹੈ, ਸੀਵੀਅਰ ਐਬਡੋਮੀਨਲ ਪੇਨ, ਵੋਮਿਟਿੰਗ ਬਲੱਡ ਔਰ ਬਲੈਕ ਮਟੀਰੀਅਲ ਰਿਸੈਂਬਲਿੰਗ ਕਾਫੀ ਗਰਾਉਂਡਸ, ਠੀਕ ਹੈ। ਉਸ ਤੋਂ ਨੈਕਸਟ ਹੈਗੀਆਂ ਕੰਪਲੀਕੇਸ਼ਨਸ, ਗੈਸਟ੍ਰੋਇੰਟੈਸਟਾਈਨਲ ਹੈਮਰੇਜ, ਪਰਫੋਰੇਸ਼ਨ, ਗੈਸਟ੍ਰੋਇੰਟੈਸਟਾਈਨਲ ਓਬਸਟਰਕਸ਼ਨ ਐਂਡ ਨੈਕਸਟ ਹੈਗਾ ਮੈਲੀਗਨੈਂਟ, ਕੈਂਸਰ ਹੋਣ ਦੇ ਚਾਂਸ ਹੁੰਦੇ ਆ। ਮੈਲੀਗਨੈਂਟ ਮਤਲਬ ਕੈਂਸਰ। ਉਸ ਤੋਂ ਨੈਕਸਟ ਹੈਗਾ ਡਾਇਗਨੋਸਟਿਕ ਇਵੈਲੂਏਸ਼ਨ, ਕੀ ਆਪਾਂ ਉਹਨਾਂ ਦੇ ਟੈਸਟ ਕਰਾਂਗੇ। ਸਭ ਤੋਂ ਪਹਿਲਾਂ ਕੀ ਕਰਦੇ ਹੁੰਦੇ ਆਪਾਂ, ਹਿਸਟਰੀ ਕਲੈਕਸ਼ਨ ਰਿਗਾਰਡਿੰਗ ਡਾਈਟ ਪੈਟਰਨ ਐਂਡ ਮੈਡੀਕੇਸ਼ਨ, ਫਿਜ਼ੀਕਲ ਐਗਜ਼ਾਮੀਨੇਸ਼ਨ ਕਰਾਂਗੇ, CBC, ਬਲੱਡ ਟੈਸਟ ਫॉर H. pylori ਬੈਕਟੀਰੀਆ, ਠੀਕ ਹੈ, ਗੈਸਟ੍ਰੋਇੰਟੈਸਟਾਈਨ ਐਕਸਰੇ, ਬੇਰੀਅਮ ਸੋਲਿਊਸ਼ਨ, ਐਂਡੋਸਕੋਪੀ ਕਰਵਾਵਾਂਗੇ ਅਤੇ ਬਲੱਡ ਬਾਇਓਪਸੀ ਕਰਵਾਵਾਂਗੇ, ਠੀਕ ਹੈ। ਉਸ ਤੋਂ ਨੈਕਸਟ ਹੈਗਾ ਮੈਨੇਜਮੈਂਟ, ਆਪਾਂ ਪੈਪਟਿਕ ਅਲਸਰ ਦੀ ਕਿੱਦਾਂ ਕਰ ਸਕਦੇ ਹੈਗੇ ਹਾਂ। ਜਰਨਲ ਮੈਜ਼ਰ, ਆਸਕ ਦਾ ਪੇਸ਼ੈਂਟ ਟੂ ਅਵੋਇਡ ਨੋਨ ਸਟੀਰੋਇਡ ਐਂਡ ਐਂਟੀ ਇਨਫਲਾਮੇਟਰੀ ਡਰੱਗਸ, provide adequate rest, ask the patient to avoid beverages like tea and coffee, ask the patient to avoid alcohol and provide bland diet to the patient, provide 6 small meal to the patient। next ਹੈਗੀ ਆ ਸਾਡੇ ਕੋਲੇ medical management, provide antacids to the patient because it normal the HCl, ਠੀਕ ਹੈ, ਨਿਊਟਰਲਾਈਜ਼ਡ ਕਰ ਦਿੰਦਾ ਹੈਗਾ ਇਹ HCl ਸਕ੍ਰੀਸ਼ਨਸ ਨੂੰ। ਪ੍ਰੋਵਾਈਡ ਹਿਸਟਾਮਿਨ ਐਂਡ ਐਂਟਾਗੋਨਿਜ਼ਮ ਬਿਕੋਜ਼ ਇਨਹਿਬਿਟਸ ਸਕ੍ਰੀਸ਼ਨ ਆਫ HCl,
ਐਂਟੀ ਹਿਸਟਾਮਿਨਸ ਪ੍ਰੋਵਾਈਡ ਕਰਨੇ ਚਾਹੀਦੇ ਆ ਜਿਹੜੇ HCl ਦੀ ਸਕ੍ਰੀਸ਼ਨਸ ਨੂੰ ਰੋਕ ਦਿੰਦੇ ਆ, ਠੀਕ ਹੈ। ਇਫ ਪੈਪਟਿਕ ਅਲਸਰ ਇਜ਼ ਕਾਜ਼ਡ ਬਾਏ ਨਸੇਡਸ ਦੈਨ ਵਿਲ ਪ੍ਰੋਵਾਈਡ ਪ੍ਰੋਟੀਨ ਪੰਪ ਇਨਹਿਬਿਟਰ, ਐਗਜ਼ਾਮਪਲ ਪੈਂਟੋਪਰਾਜ਼ੋਲ, ਠੀਕ ਹੈ। ਪੈਂਟੋਪਰਾਜ਼ੋਲ ਪ੍ਰੋਵਾਈਡ ਕਰਨੀ ਹੈ ਜੇਕਰ ਨਸੇਡਸ ਦੇ ਦੁਆਰਾ ਜਿਹੜੇ ਪੈਪਟਿਕ ਅਲਸਰ ਕਾਜ਼ ਕਰੇ ਗਏ ਆ। ਪ੍ਰੋਵਾਈਡ ਐਂਟੀਕੋਜੀਨੈਟਿਕ, ਠੀਕ ਹੈ, ਇਨਹਿਬਿਟ ਦ ਵੇਗਸ ਨਰਵ ਇਫੈਕਟ। ਪ੍ਰੋਵਾਈਡ ਐਂਟੀਬਾਇਓਟਿਕ ਥੈਰੇਪੀ ਟੂ ਦ ਪੇਸ਼ੈਂਟ ਟੂ ਪ੍ਰੀਵੈਂਟ H. pylori ਇਨਫੈਕਸ਼ਨ, ਐਗਜ਼ਾਮਪਲ ਐਮੋਕਸੀਸਿਲਿਨ, ਠੀਕ ਹੈ। ਇਸ ਦੀ ਸਰਜਰੀ ਹੁੰਦੀ ਹੈਗੀ ਹੈ। ਸਰਜੀਕਲ ਮੈਨੇਜਮੈਂਟ ਕੀ ਕਰਾਂਗੇ ਆਪਾਂ, ਜੇਕਰ ਗੈਸਟ੍ਰੋਡਿਊਡਨੋਸਟੋਮੀ ਹੁੰਦੀ ਹੈ, ਇੱਕ ਗੈਸਟ੍ਰੋਜੂਜਨੋਸਟੋਮੀ ਹੁੰਦੀ ਆ। ਗੈਸਟ੍ਰੋਡਿਊਡਨੋਸਟੋਮੀ ਕੀ ਹੁੰਦੀ ਆ, ਇਟ ਇਜ਼ ਫਾਰਮੇਸ਼ਨ ਆਫ ਨਿਊ ਓਪਨਿੰਗ ਬਿਟਵੀਨ stomach and duodenum. In the surgery, the lower part of the stomach is removed and remaining portion is anastomosed to duodenum. anastomosed ਕਰਨਾ ਹੁੰਦਾ ਜੋੜ ਦੇਣਾ, ਠੀਕ ਹੈ। ਗੈਸਟ੍ਰੋਡਿਊਡਨੋਸਟੋਮੀ ਦੇ ਵਿੱਚ ਕੀ ਹੁੰਦਾ, ਜੇਕਰ ਸਟਮਕ ਦਾ ਲੋਅਰ ਪੋਰਸ਼ਨ ਬਿਲਕੁਲ ਖ਼ਰਾਬ ਹੋ ਚੁੱਕਿਆ ਹੈਗਾ ਹੈ ਨਾ, ਤਾਂ ਉਹਨੂੰ ਕੱਟ ਕੇ ਤੇ ਹੋਲ ਕਰਿਆ ਜਾਂਦਾ ਹੈਗਾ, ਜਿਹਨੂੰ ਸਿੱਧਾ ਡੂਡਨਮ ਦੇ ਨਾਲ ਐਂਟਾਸਟੀਮੋਇਡ ਮਤਲਬ ਜੋੜ ਦਿੱਤਾ ਜਾਂਦਾ ਹੈਗਾ, ਠੀਕ ਹੈ। ਗੈਸਟ੍ਰੋਜੀਜਨੋਸਟੋਮੀ 'ਚ ਕੀ ਹੁੰਦਾ, ਇਨ ਦਿਸ ਐਨਾਸਟੀਮੋਸਿਸ ਆਫ ਸਟਮਕ ਵਿਦ ਜੂਜਨਮ। ਜੂਜਨੋਸਟੋਮੀ ਤੋਂ ਤੁਹਾਨੂੰ ਪਤਾ ਲੱਗਦਾ ਹੈਗਾ ਵੀ ਜੂਜਨਮ ਦੇ ਨਾਲ ਜੋੜ ਦਿੱਤਾ ਜਾਊਗਾ, ਠੀਕ ਹੈ। ਪਾਈਲੋਰਿਕ ਐਂਡ ਡੂਡਨਮ ਸਟਮਕ ਰਿਮੂਵਡ ਐਂਡ ਗੈਸਟ੍ਰਿਕ ਸਟਮ ਇਜ਼ ਐਨਾਸਟੀਮੋਇਡ ਵਿਦ ਦ ਜੂਜਨਮ। ਜਿਹੜਾ ਪਾਈਲੋਰਿਕ ਪਾਰਟ ਹੈਗਾ ਸਟਮਕ ਦਾ, ਉਹਨੂੰ ਕੱਟ ਕੇ ਜੂਜਨਮ ਦੇ ਨਾਲ ਐਨਾਸਟੀਮੋਸਿਸ ਕਰ ਦਿੱਤਾ ਜਾਂਦਾ, ਜੋੜ ਦਿੱਤਾ ਜਾਂਦਾ ਹੈਗਾ, ਠੀਕ ਹੈ। ਇਹਨੂੰ ਕਹਿੰਦੇ ਆ ਗੈਸਟ੍ਰੋਜੀਜਨੋਸਟੋਮੀ। ਉਸ ਤੋਂ ਨੈਕਸਟ ਹੈਗਾ ਟੋਟਲ ਗੈਸਟ੍ਰੈਕਟਮੀ। ਇਨ ਦਿਸ ਸਟਮਕ ਇਜ਼ ਰਿਮੂਵਡ ਐਂਡ ਈਸੋਫੇਗਸ ਇਜ਼ ਅਟੈਚ ਡਾਇਰੈਕਟਲੀ ਟੂ ਦਾ ਸਮਾਲ ਇੰਟੈਸਟਾਈਨ। ਟੋਟਲ ਗੈਸਟ੍ਰੋਸਟੈਕਟਮੀ ਕੀ ਹੁੰਦਾ, ਇਸ ਦੇ ਵਿੱਚ ਜਿਹੜਾ ਟੋਟਲ ਸਟਮਕ ਹੈਗਾ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਅਤੇ ਡਾਇਰੈਕਟਲੀ ਜਿਹੜੀ ਸਮਾਲ ਇੰਟੈਸਟਾਈਨ ਹੈਗੀ ਉਹਨੂੰ ਈਸੋਫੇਗਸ ਦੇ ਨਾਲ ਜੋੜ ਦਿੱਤਾ ਜਾਂਦਾ, ਠੀਕ ਹੈ। ਨੈਕਸਟ ਹੈਗਾ ਪਾਈਲੋਰੋਪਲਾਸਟੀ। ਇਨ ਦਿਸ ਸਰਜਰੀ longitudinal incision is made into the ਪਾਈਲੋਰਿਕ ਰੀਜਨ ਦੇ ਵਿੱਚ ਜਿਹੜਾ ਲੌਂਗੀਟੂਡਨਲ ਇਨਸੀਜ਼ਨ ਲਗਾਇਆ ਜਾਂਦਾ, ਕੱਟ ਲਗਾਇਆ ਜਾਂਦਾ। ਇਨਸੀਜ਼ਨ ਮਤਲਬ ਹੁੰਦਾ ਕੱਟ। ਸੋ ਦੈਟ ਟੂ ਇਨਕੋਰੇਜ ਪਾਸਿਸ ਆਫ ਪਾਰਸ਼ਲੀ ਡਾਈਜੈਸਟਡ ਫੂਡ, ਠੀਕ ਹੈ। ਵੰਸ ਦਾ ਫੂਡ ਹੈਜ਼ ਪਾਸਡ ਐਸਿਡ ਪ੍ਰੋਡਕਸ਼ਨ ਨੋਰਮਲੀ ਸਟੋਪ। ਇਸ ਦੇ ਨਾਲ ਕੀ ਹੁੰਦਾ, ਜਿਹੜੀ ਫੂਡ ਹੈਗਾ ਈਜ਼ਲੀ ਪਾਸ ਹੋ ਜਾਂਦਾ, ਠੀਕ ਹੈ, ਅਤੇ ਜਿਹੜਾ ਐਸਿਡ ਪ੍ਰੋਡਕਸ਼ਨ ਹੁੰਦੀ ਆ ਉਹ ਸਟੋਪ ਹੋ ਜਾਂਦੀ ਆ, ਠੀਕ ਹੈ। ਨੈਕਸਟ ਹੈਗਾ ਵੇਗੋਟੋਮੀ। ਇਨ ਦਿਸ ਵੇਗਸ ਨਰਵ ਇਜ਼ ਐਲੀਮੀਨੇਟਡ ਬਿਕੋਜ਼ ਇਟ ਸਟਿਮੂਲੇਟ HCl ਸਕ੍ਰੀਸ਼ਨ। ਵੇਗੋਟੋਮੀ ਦੇ ਵਿੱਚ ਕੀ ਹੁੰਦਾ, ਜਿਹੜੀ ਵੇਗਸ ਨਰਵ ਜਾਂਦੀ ਹੁੰਦੀ ਹੈ ਸਟਮਕ ਨੂੰ, ਹੈ ਨਾ, ਉਹ ਕੱਟ ਦਿੱਤੀ ਜਾਂਦੀ ਆ, ਇਲੀਮੀਨੇਟ ਕਰ ਦਿੱਤੀ ਜਾਂਦੀ ਆ, ਕਿਉਂਕਿ ਜਿਹੜੀ ਇਹ HCl ਸਕ੍ਰੀਸ਼ਨ ਨੂੰ ਸਟਿਮੂਲੇਟ ਕਰਦੀ ਹੁੰਦੀ। ਜਦੋਂ ਉਹਨੂੰ ਆਪਾਂ ਵੇਗੋਟੋਮੀ ਕਰ ਦਾਂਗੇ ਤਾਂ HCl ਸਕ੍ਰੀਸ਼ਨ ਨਹੀਂ ਹੋਊਗੀ, ਠੀਕ ਹੈ, ਤਾਂ ਪੈਪਟਿਕ ਅਲਸਰ ਕਾਜ਼ ਨਹੀਂ ਹੋਊਗਾ। ਉਸ ਤੋਂ ਨੈਕਸਟ ਹੈਗੀ ਹੈ ਨਰਸਿੰਗ ਮੈਨੇਜਮੈਂਟ। ਨਰਸਿੰਗ ਮੈਨੇਜਮੈਂਟ ਮੈਂ ਇਸ ਦੇ ਵਿੱਚ ਅਸੈਸਮੈਂਟ ਬਣਾ ਕੇ, ਗੋਲ ਬਣਾ ਕੇ, ਫਿਰ ਪਲੈਨਿੰਗ ਲਿਖੀ ਹੋਈ ਆ। ਨਰਸਿੰਗ ਡਾਇਗਨੋਜ਼ ਬਣਾ ਕੇ ਉਸ ਤੋਂ ਬਾਅਦ ਪਲੈਨਿੰਗ ਲਿਖੀ ਹੋਈ ਆ। ਅਸੈਸਮੈਂਟ ਦੇ ਵਿੱਚ ਕੀ ਲਿਖਿਆ, ਅਸੈਸ ਦਾ ਲੋਕੇਸ਼ਨ ਆਫ ਦਾ ਪੇਨ, ਅਸੈਸ ਅਬਾਊਟ ਈਟਿੰਗ ਪੈਟਰਨ ਆਫ ਦਾ ਪੇਸ਼ੈਂਟ, ਐਬਡੋਮੀਨਲ ਹਿਸਟਰੀ ਆਫ ਇਲਨੈਸ ਇਨਕਲੂਡਿੰਗ ਪ੍ਰੀਵੀਅਸ GI ਪ੍ਰੋਬਲਮ, GI ਮਤਲਬ ਗੈਸਟ੍ਰੋ ਇੰਟੈਸਟਾਈਨਲ ਪ੍ਰੋਬਲਮ, ਐਂਡ ਕਰੋਨਿਕ ਯੂਜ਼ਸ ਆਫ ਨਸੇਡਸ, ਠੀਕ ਹੈ। Obtain psychosocial history, ask about lifestyle of the patient, assess the comfort level of the patient, assess the vital signs of the patient, ਠੀਕ ਹੈ। ਇਹ ਆਪਾਂ ਹੈਗੀ ਆ ਅਸੈਸਮੈਂਟ ਕਰਨੀ ਹੈਗੀ ਆ। ਉਸ ਤੋਂ ਬਾਅਦ ਆਪਾਂ ਸਿੱਧੇ ਨਰਸਿੰਗ ਡਾਇਗਨੋਜ਼ ਬਣਾਏ। ਜੇਕਰ ਤੁਸੀਂ ਪੇਪਰ ਦੇ ਵਿੱਚ ਇੱਦਾਂ ਲਿਖਦੇ ਹੈਗੇ ਤਾਂ ਜ਼ਿਆਦਾ ਇਫੈਕਟ ਪੈਂਦਾ ਹੈਗਾ। ਫਸਟ ਨਰਸਿੰਗ ਡਾਇਗਨੋਜ਼ ਕੀ ਬਣਾਇਆ, ਪੇਨ ਰਿਲੇਟਡ ਟੂ ਅਲਸਰ ਫਾਰਮੇਸ਼ਨ ਐਵੀਡੈਂਸ ਬਾਏ ਫੇਸ਼ੀਅਲ ਐਕਸਪ੍ਰੈਸ਼ਨ। ਤਾਂ ਗੋਲ ਸਾਡਾ ਕੀ ਆ, ਟੂ ਰਿਲੀਫ ਦਾ ਪੇਨ। ਪਲੈਨਿੰਗ, ਅਸੈਸ ਲੋਕੇਸ਼ਨ, ਔਨਸੈਟ, ਇੰਟੈਂਸਿਟੀ ਐਂਡ ਕਰੈਕਟਰਿਸਟਿਕਸ ਆਫ ਦਾ ਪੇਨ, ਪ੍ਰੋਵਾਈਡ ਕੰਫਰਟੇਬਲ ਪੋਜੀਸ਼ਨ ਟੂ ਦਾ ਪੇਸ਼ੈਂਟ, ਪ੍ਰੋਵਾਈਡ ਡਾਇਵਰਸਨਲ ਥੈਰੇਪੀ ਟੂ ਦਾ ਪੇਸ਼ੈਂਟ, ਐਗਜ਼ਾਮਪਲ ਲਿਸਨਿੰਗ ਮਿਊਜ਼ਿਕ, TV, ਐਕਸੈਟਰਾ। ਆਸਕ ਦਾ ਪੇਸ਼ੈਂਟ ਟੂ ਡੂ ਸਲੀਪ ਡੀਪ ਬਰੀਥਿੰਗ ਐਕਸਰਸਾਈਜ਼, ਪ੍ਰੋਵਾਈਡ ਅਨਾਲਜੈਸਿਕਸ ਐਜ਼ ਆਰਡਰ ਬਾਏ ਡਾਕਟਰ, ਐਡਮਿਨਿਸਟਰਡ ਐਂਟੈਸਿਡਸ, ਠੀਕ ਹੈ, ਫॉर ਇਨਹਿਬਿਟਨ ਆਫ HCl। ਨੈਕਸਟ ਸਾਡੇ ਕੋਲ ਸੈਕਿੰਡ ਡਾਇਗਨੋਜ਼ ਕੀ ਹੈਗਾ, ਨਿਊਟ੍ਰੀਸ਼ਨਲ ਬੈਲੈਂਸ ਡਿਫੀਸ਼ੀਟ ਲੈਸ ਦੈਨ ਬੋਡੀ ਰਿਕੁਆਇਰਮੈਂਟ ਰਿਲੇਟਡ ਟੂ ਡਿਫੀਕਲਟੀ ਇਨ ਸਵੈਲੋਇੰਗ ਐਜ਼ ਐਵੀਡੈਂਸ ਬਾਈ ਵੀਕਨੈਸ ਐਂਡ ਵੇਟ ਮੈਜ਼ਰਿੰਗ ਆਫ ਦਾ ਪੇਸ਼ੈਂਟ। ਤਾਂ ਸਾਡਾ ਗੋਲ ਕੀ ਹੋਊਗਾ, ਟੂ ਇੰਪਰੂਵ ਨਿਊਟ੍ਰੀਸ਼ਨਲ ਬੈਲੈਂਸ ਆਫ ਦਾ ਪੇਸ਼ੈਂਟ। ਪਲੈਨਿੰਗ ਕੀ ਆ, ਅਸੈਸ ਦਾ ਪੇਸ਼ੈਂਟ ਨਿਊਟ੍ਰੀਸ਼ਨਲ ਸਟੇਟਸ, ਠੀਕ ਹੈ।
ਨੈਕਸਟ ਸੈਕਿੰਡ ਡਾਇਗਨੋਸ ਦੇ ਵਿੱਚ ਸਾਡੀ ਪਲੈਨਿੰਗ ਹੈਗੀ ਆ, ਕੰਟੀਨਿਊ ਕਰਦੇ ਹਾਂ। ਮੇਨਟੇਨ NG tube to suctioning the keep stomach empty, maintain intake output to monitor fluid volume, administered IV fluid for reduce irrigation of GI mucosa, check the weight of the patient daily, provide balanced diet as ordered by the doctor। ठीक है। नेक्स्ट थर्ड डायग्नोज की हैगा fluid volume deficit related to vomiting, GI bleeding as evidenced by input and output chart। goal ਕੀ ਹੈ to maintain fluid volume। फ्रेंड्स ਅੱਜ ਦਾ ਵੀਡੀਓ ਇੰਨਾ ਹੀ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਵੀਡੀਓ ਜ਼ਿਆਦਾ ਲੰਬਾ ਨਾ ਹੋ ਸਕੇ ਤਾਂ ਜੋ ਮੈਂ ਇਸ ਦੇ 2 ਪਾਰਟ ਬਣਾਉਂਗੀ। ਜਿਹੜੀ ਆਪਣੀ ਨੈਕਸਟ ਥੋੜੀ ਨਰਸਿੰਗ ਡਾਇਗਨੋਸ 4 ਡਾਇਗਨੋਸ ਰਹਿ ਗਏ ਤਾਂ ਨੈਕਸਟ ਮੈਂ ਨਰਸਿੰਗ ਮੈਨੇਜਮੈਂਟ ਦਾ अलग तो वीडियो प्रोवाइड करूँगी। उस वीडियो का लिंक मैं इस वीडियो डिस्क्रिप्शन में जरूर प्रोवाइड करूँगी। ठीक है। थैंक यू फॉर वॉचिंग माई वीडियो। थैंक यू।